ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਧਰਮਪਾਲ ਸਿੰਘ, ਹਿਸਾਬ ਮਾਸਟਰ, ਗਵਰਨਮੈਂਟ ਹਾਈ ਸਕੂਲ ਪਤਾਰਾ। ਵਿਦਿਆਰਥੀਓ, ਅੱਜ ਅਸੀਂ ਕਲਾਸ 9ਵੀਂ ਦਾ 7ਵਾਂ ਅਧਿਆਇ ਤ੍ਰਿਭੁਜਾਂ ਯਾਨੀ ਕਿ ਟ੍ਰਾਇੰਗਲਸ ਜਿਹੜਾ ਹੈਗਾ ਆ ਉਹਦੀ ਰਿਵੀਜ਼ਨ ਕਰਾਂਗੇ। ਪਿਛਲੇ ਕੁਝ ਲੈਕਚਰਸ ਦੇ ਵਿੱਚ ਤੁਸੀਂ ਵਿਦਿਆਰਥੀਓ ਕਈ ਸ਼ੁਰੂ ਤੋਂ ਲੈ ਕੇ ਕਿ ਤ੍ਰਿਭੁਜਾਂ ਕੀ ਹੁੰਦੀਆਂ ਹਨ, ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ, ਕਿਹੜੇ ਕਿਹੜੇ ਉਹਨਾਂ ਦੇ ਗੁਣ ਹੁੰਦੇ ਹਨ, ਸਰਬੰਗ ਸਮਤਾ ਕੀ ਹੁੰਦੀ ਹੈ, ਫਿਰ ਤੁਸੀਂ ਉਹਨਾਂ ਦੇ ਅੰਦਰੂਨੀ ਗੁਣ ਜਿਹੜੇ ਹੈਗੇ ਨੇ ਉਹ ਕਿਤੇ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕੀਤੀਆਂ ਹਨ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਉਹਨਾਂ ਸਾਰਿਆਂ ਨੂੰ ਸਮ ਅਪ ਕਰਾਂਗੇ। ਜੇ ਕਿਸੇ ਵਿਦਿਆਰਥੀ ਦਾ ਕੋਈ ਪਿਛਲਾ ਲੈਕਚਰ ਰਹਿ ਗਿਆ ਹੈ, ਠੀਕ ਹੈ ਜੀ, ਕਈ ਵਾਰ ਹੁੰਦਾ ਹੈ ਕੋਈ ਰੁਝੇਵਾਂ ਹੋਣ ਦੇ ਕਰਕੇ ਜਾਂ ਲਾਈਟ ਚਲੀ ਗਈ ਦੇ ਕਰਕੇ ਤੁਸੀਂ ਕੋਈ ਲੈਕਚਰ ਮਿਸ ਕਰ ਦਿੱਤਾ, ਤੇ ਅੱਜ ਦਾ ਇਹ ਲੈਕਚਰ ਜਿਹੜਾ ਹੈ ਉਹ ਤੁਹਾਨੂੰ ਉਹਨਾਂ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਇੱਕ ਸ਼ਾਰਟ ਫਾਰਮ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਇੱਕ ਕੰਪਲੀਟ ਪੈਕੇਜ ਤੁਹਾਨੂੰ ਜਿਹੜਾ ਹੈਗਾ ਇੱਕ ਲੈਕਚਰ ਦੇ ਵਿੱਚ ਇਸ ਪੂਰੇ ਚੈਪਟਰ ਦਾ ਦੇ ਸਕਾਂ। ਸੋ ਵਿਦਿਆਰਥੀਓ, ਅੱਜ ਦਾ ਜਿਹੜਾ ਚੈਪਟਰ ਹੈ ਉਹ ਰਿਵੀਜ਼ਨ ਇਹਦੇ ਵਿੱਚ ਅਸੀਂ ਤ੍ਰਿਭੁਜਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਤ੍ਰਿਭੁਜ ਦੀ ਗੱਲ ਕਰਾਂਗੇ ਕਿ ਤ੍ਰਿਭੁਜ ਜਿਹੜੀ ਹੁੰਦੀ ਆ ਉਹ ਹੁੰਦੀ ਕੀ ਚੀਜ਼ ਹੈ। ਠੀਕ ਹੈ ਜੀ, ਅਸੀਂ ਤ੍ਰਿਭੁਜ ਦੀ ਜਦੋਂ ਵੀ ਗੱਲ ਕਰਦੇ ਹਾਂ ਤ੍ਰਿਭੁਜ ਕੀ ਚੀਜ਼ ਹੁੰਦੀ ਹੈ, ਜੋ ਇਹਦੀ ਇੱਕ ਡੈਫੀਨੇਸ਼ਨ ਜਦੋਂ ਪੁੱਛੀ ਜਾਂਦੀ ਹੈ ਤਾਂ ਇਹਦੀ ਡੈਫੀਨੇਸ਼ਨ ਦੇ ਵਿੱਚ ਆਪਾਂ ਇਹ ਕਹਿੰਦੇ ਹਾਂ ਕਿ ਤ੍ਰਿਭੁਜ ਜਿਹੜੀ ਹੈਗੀ ਆ ਇੱਕ ਇਹੋ ਜਿਹੀ ਆਕ੍ਰਿਤੀ ਹੈ ਜਿਸ ਦੀਆਂ ਤਿੰਨ ਭੁਜਾਵਾਂ ਹਨ, ਲੇਕਿਨ ਉਹ ਬੰਦ ਆਕ੍ਰਿਤੀ ਹੈ। ਕਿਉਂਕਿ ਤਿੰਨ ਭੁਜਾਵਾਂ ਤਾਂ ਦੇਖੋ ਆ ਵੀ ਤਾਂ ਤਿੰਨ ਭੁਜਾਵਾਂ ਨੇ, 1 2 3, ਠੀਕ ਹੈ, ਲੇਕਿਨ ਇਹ ਤ੍ਰਿਭੁਜ ਨਹੀਂ ਹੈ। ਤ੍ਰਿਭੁਜ ਕੀ ਹੈ? ਤਿੰਨ ਭੁਜਾਵਾਂ ਦੀ ਇੱਕ ਬੰਦ ਆਕ੍ਰਿਤੀ ਹੈ। ਠੀਕ ਹੈ ਜੀ, ਤਿੰਨ ਭੁਜਾਵਾਂ ਦੀ ਇੱਕ ਬੰਦ ਆਕ੍ਰਿਤੀ ਨੂੰ ਜਿਹੜਾ ਹੈ ਆਪਾਂ ਤ੍ਰਿਭੁਜ ਕਹਿੰਦੇ ਹਾਂ। ਜਿਵੇਂ ਕਿ ਇਹਦੇ ਵਿੱਚ ਮੈਂ ABC ਇੱਕ ਤ੍ਰਿਭੁਜ ਬਣਾਈ ਹੋਈ ਹੈ। ਇਸ ਦੇ ਵਿੱਚ ਵਿਦਿਆਰਥੀਓ ਸਾਡੇ ਕੋਲ ਇਸ ਦੀਆਂ ਤਿੰਨ ਭੁਜਾਵਾਂ ਹਨ ਤੇ ਇਸ ਦੇ ਤਿੰਨ ਹੀ ਕੋਣ ਜਿਹੜੇ ਹਨ ਉਹ ਸਾਨੂੰ ਪਤਾ ਹਨ, ਅੰਦਰੂਨੀ ਕੋਣ। ਠੀਕ ਹੈ ਜੀ, ਤਿੰਨ ਦੇ ਅੰਦਰੂਨੀ ਕੋਣ ਹੁੰਦੇ ਹਨ ਤੇ ਤਿੰਨ ਦੀਆਂ ਭੁਜਾਵਾਂ ਹੁੰਦੀਆਂ ਹਨ। ਕੁੱਲ ਮਿਲਾ ਕੇ 6 ਚੀਜ਼ਾਂ ਜਿਹੜੀਆਂ ਹਨ ਤ੍ਰਿਭੁਜ ਦੇ ਜਿੰਨੇ ਵੀ ਗੁਣ ਆਪਾਂ ਲਗਭਗ ਕਰਦੇ ਹਾਂ ਉਹ ਇਹਨਾਂ 6 ਚੀਜ਼ਾਂ ਦੇ ਉੱਤੇ ਜਿਹੜੇ ਹਨ ਬੇਸਡ ਹੁੰਦੇ ਹਨ। ਠੀਕ ਹੈ ਵਿਦਿਆਰਥੀਓ, ਉਸ ਤੋਂ ਬਾਅਦ ਵਿਦਿਆਰਥੀਓ ਅਸੀਂ ਆਪਣੇ ਲੈਕਚਰਸ ਦੇ ਦੌਰਾਨ ਐਕਟੀਵਿਟੀਜ਼ ਕੀਤੀਆਂ ਸੀਗੀਆਂ। ਸਿੱਕਿਆਂ ਦੀ ਐਕਟੀਵਿਟੀ ਕੀਤੀ ਅਸੀਂ, ਤਾਸ਼ ਦੇ ਪੱਤਿਆਂ ਦੀ ਐਕਟੀਵਿਟੀ ਕੀਤੀਆਂ ਸੀਗੀਆਂ। ਠੀਕ ਹੈ ਜੀ, ਤੇ ਹੋਰ ਵੀ ਕਈ ਆਪਾਂ ਤ੍ਰਿਭੁਜਾਂ ਕੱਟ ਕੇ ਐਕਟੀਵਿਟੀਜ਼ ਕੀਤੀਆਂ ਸੀਗੀਆਂ। ਉਹਦੇ ਵਿੱਚ ਅਸੀਂ ਕੀ ਕੀਤਾ ਸੀ ਵਿਦਿਆਰਥੀਓ, ਮੰਨ ਲਓ ਤੁਹਾਡੇ ਕੋਲ 1-1 ਰੁਪਏ ਦੇ 2 ਸਿੱਕੇ ਹਨ ਇੱਕੋ ਜਿਹੇ, ਤੁਸੀਂ ਉਹਨਾਂ ਸਿੱਕਿਆਂ ਨੂੰ ਇੱਕ ਦੂਜੇ ਦੇ ਉੱਪਰ ਰੱਖੋਗੇ ਤਾਂ ਕੀ ਹੋਏਗਾ ਵਿਦਿਆਰਥੀਓ, ਇੱਕ ਦੂਜੇ ਨੂੰ ਪੂਰਾ ਕਵਰ ਕਰ ਦੇਣਗੇ। ਠੀਕ ਹੈ, ਕਰ ਦੇਣਗੇ ਨਾ। ਇਸ ਤੋਂ ਭਾਵ ਇਹ ਹੈ ਕਿ ਦੋਵੇਂ ਸਿੱਕੇ ਇੱਕ ਦੂਜੇ ਦੇ ਸਰਬੰਸਮ ਹਨ। ਠੀਕ ਹੈ ਜੀ, ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇੱਕ ਪੇਪਰ ਲਓ, ਤੁਸੀਂ ਕੋਈ ਇੱਕ ਪੇਪਰ ਲਓ, ਤੁਸੀਂ ਇੱਕ ਵਿਦਿਆਰਥੀਓ ਕਿਸੇ ਵੀ ਤਰੀਕੇ ਦਾ ਇੱਕ ਪੇਪਰ ਤੁਸੀਂ ਲੈ ਲਓ, ਤੁਸੀਂ ਉਸ ਪੇਪਰ ਤੋਂ ਇਦਾਂ ਦੇ ਪੇਪਰ ਤੋਂ ਕਟਿੰਗ ਕਰਕੇ ਉਸ ਦੀਆਂ 2 ਤ੍ਰਿਭੁਜਾਂ ਬਣਾ ਲਓ। ਠੀਕ ਹੈ ਜੀ, ਉਹਨਾਂ 2 ਤ੍ਰਿਭੁਜਾਂ ਨੂੰ ਬਣਾ ਕੇ ਤੁਸੀਂ ਦੇਖੋ ਕਿ ਉਹ ਦੋਵੇਂ ਇੱਕ ਦੂਜੇ ਦੇ ਉੱਤੇ ਪੂਰੀ ਆ ਰਹੀ ਹੈ। ਠੀਕ ਹੈ, ਇੱਕ ਦੂਜੇ ਨੂੰ ਕਵਰ ਕਰ ਰਹੀ, ਇੱਕ ਦੂਜੇ ਨੂੰ। ਇਹ ਤਾਂ ਨਹੀਂ ਕਿ ਇੱਕ ਤ੍ਰਿਭੁਜ ਦੂਜੀ ਤ੍ਰਿਭੁਜ ਨੂੰ ਕਵਰ ਕਰ ਰਹੀ ਹੈ, ਇਦਾਂ ਤਾਂ ਵੱਡੀ ਤ੍ਰਿਭੁਜ ਛੋਟੀ ਤ੍ਰਿਭੁਜ ਨੂੰ ਕਵਰ ਕਰ ਲੇਗੀ। ਦੋਵੇਂ ਤ੍ਰਿਭੁਜਾਂ ਇੱਕ ਦੂਜੇ ਨੂੰ, ਦੋਵੇਂ ਪਾਸੇ ਜਦੋਂ ਤੁਸੀਂ ਦੇਖੋ ਤਾਂ ਉਹ ਇੱਕ ਦੂਜੇ ਨੂੰ ਪੂਰੇ ਤੌਰ ਤੇ ਕਵਰ ਕਰ ਲੈਣ ਤਾਂ ਉਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਹੋ ਜਾਂਦੀਆਂ ਹਨ, ਸਰਬੰਗਸਮ ਹੋ ਜਾਂਦੀਆਂ ਹਨ। ਠੀਕ ਹੈ ਵਿਦਿਆਰਥੀ, ਅੱਛਾ ਫਿਰ ਅਸੀਂ ਇੱਕ ਚੀਜ਼ ਦੇਖੀ ਸੀ, ਸਮੱਸਿਆ ਦੇਖੀ ਸੀ ਕਿ ਸਾਡੀ ਸਮੱਸਿਆ ਇਹ ਆ ਕਿ ਸਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆ ਗਿਆ ਕਿ ਬਈ ਕੀ ਆ 2 ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਗਸਮ ਹਨ। ਤਾਂ ਹੁਣ ਇਦਾਂ ਤਾਂ ਹੋ ਨਹੀਂ ਸਕਦਾ ਵਿਦਿਆਰਥੀਓ, ਆਪਾਂ ਸੀਜ਼ਰ ਲੈ ਕੇ ਪਹਿਲਾਂ ਉਹਨਾਂ ਨੂੰ ਕੱਟ ਲਈਏ, ਉਸ ਤੋਂ ਬਾਅਦ ਇੱਕ ਦੂਜੇ ਉੱਤੇ ਰੱਖ ਕੇ ਦੇਖੀਏ ਤੇ ਫਿਰ ਦੇਈਏ ਉੱਤਰ ਕਿ ਹਾਂ ਇਹ ਸਰਬੰਗਸਮ ਹਨ ਜਾਂ ਇਹ ਸਰਬੰਗਸਮ ਨਹੀਂ ਹਨ। ਇਸ ਦਾ ਮਤਲਬ ਇਹ ਚੀਜ਼ ਫਿਜ਼ੀਕਲੀ ਵੈਰੀਫਾਈ ਕੀਤੀ ਤਾਂ ਜਾ ਸਕਦੀ ਹੈ, ਲੇਕਿਨ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨੂੰ ਕਰਕੇ ਨਹੀਂ ਦਿਖਾ ਸਕਦੇ। ਠੀਕ ਹੈ ਜੀ, ਇਸ ਤੋਂ ਭਾਵ ਇਹ ਹੋਇਆ ਕਿ ਮੈਥਮੈਟਿਕਸ ਦੇ ਵਿੱਚ ਇਦਾਂ ਇਹਦੇ ਜ਼ਰੂਰ ਕੋਈ ਨਾ ਕੋਈ ਨਿਯਮ, ਕੋਈ ਨਾ ਕੋਈ ਗੁਣ, ਕੋਈ ਨਾ ਕੋਈ ਥਿਊਰਮ ਇਦਾਂ ਦੀਆਂ ਜ਼ਰੂਰ ਹੋਣਗੀਆਂ ਜਿਹੜੀਆਂ ਸਾਨੂੰ ਇਹ ਦੱਸਦੀਆਂ ਹੋਣਗੀਆਂ ਕਿ 2 ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਗਸਮ ਕਦੋਂ ਹੁੰਦੀਆਂ ਹਨ। ਠੀਕ ਹੈ, ਅੱਛਾ ਆਪਾਂ ਇਹ ਜਿਹੜੀਆਂ ਚੀਜ਼ਾਂ ਦੇਖੀਆਂ ਸੀ ਆਪਾਂ ਇਹਨਾਂ ਨੂੰ ਹੁਣ ਕੰਪਲੀਟ ਤਾਂ ਨਹੀਂ ਕਰਾਂਗੇ, ਆਪਾਂ ਉਹਨਾਂ ਦੇ ਹੱਲ ਨਹੀਂ ਕਰਾਂਗੇ, ਉਹਨਾਂ ਨੂੰ ਥਿਊਰਮ ਪ੍ਰੂਵ ਕਰਨ ਨਹੀਂ ਕਰਾਂਗੇ। ਆਪਾਂ ਇਹ ਦੇਖਦੇ ਹਾਂ ਕਿ ਕਿਹੜੀਆਂ ਥਿਊਰਮ ਦੇ ਵਿੱਚ ਆਪਾਂ ਸਰਬੰਗਸਮ ਉਹਨਾਂ ਨੂੰ ਕੀਤਾ ਸੀਗਾ। ਪਹਿਲਾ ਭਾਗ ਜਿਹੜਾ ਆਪਾਂ ਵਿਦਿਆਰਥੀਓ ਕੀਤਾ ਸੀਗਾ ਉਹ ਅਸੀਂ ਕੀਤਾ ਸੀਗਾ ਜੀ, ਯਾਦ ਹੈ ਵਿਦਿਆਰਥੀਓ ਤੁਹਾਨੂੰ, ਆਪਾਂ ਕੀਤਾ ਸੀ ਭੁਜਾ ਕੋਣ ਭੁਜਾ। ਜਦੋਂ ਅਸੀਂ ਭੁਜਾ ਕੋਣ ਭੁਜਾ ਦੀ ਗੱਲ ਕੀਤੀ ਸੀ ਵਿਦਿਆਰਥੀਓ, ਇਹਦੇ ਵਿੱਚ ਅਸੀਂ ਇੱਕ ਇਹਨੂੰ ਪੰਜਾਬੀ ਵਿੱਚ ਲਿਖ ਲੈਂਦੇ ਹਾਂ ਇੱਕ ਵਾਰੀ, ਭੁਜਾ, ਠੀਕ ਹੈ ਜੀ, ਕੋਣ, ਠੀਕ ਹੈ ਜੀ, ਤੇ ਭੁਜਾ। ਇਹ ਸਾਡੇ ਕੋਲ ਜਿਹੜਾ ਹੈ ਇਹ ਸਰਬੰਗਸਮਤਾ ਦਾ ਇੱਕ ਨਿਯਮ ਆਪਾਂ ਇਹਨੂੰ ਬੋਲਿਆ ਸੀ, ਲੇਕਿਨ ਆਇਆ ਕਿੱਥੋਂ ਸੀ ਨਹੀਂ। ਠੀਕ ਹੈ, ਅਸੀਂ ਕੀ ਕੀਤਾ ਵਿਦਿਆਰਥੀਓ, ਅਸੀਂ ਇੱਕ ਤ੍ਰਿਭੁਜ ਚੱਕ ਲਈ। ਠੀਕ ਹੈ ਜੀ, ਕੋਈ ਇੱਕ ਤ੍ਰਿਭੁਜ ਆਪਾਂ ਰੱਖ ਲਈ ਆਪਣੇ ਕੋਲ, ਆ ਇੱਕ ਮੇਰੇ ਕੋਲ ਤ੍ਰਿਭੁਜ ਆ ਗਈ। ਠੀਕ ਹੈ ਜੀ, ਇੱਕ ਹੋਰ ਤ੍ਰਿਭੁਜ ਮੈਂ ਉਹਦੇ ਪੈਰਲਲ ਇੱਥੇ ਰੱਖ ਲਈ ਆਪਣੇ ਕੋਲ। ਠੀਕ ਹੈ ਵਿਦਿਆਰਥੀਓ, ਆ 2 ਤ੍ਰਿਭੁਜਾਂ ਮੇਰੇ ਕੋਲ ਆ ਗਈਆਂ। ਇਹਦੇ ਵਿੱਚ ਕੀ ਹੋਇਆ ਕਿ ਮੈਨੂੰ ਇਹ ਕਹਿ ਦਿੱਤਾ ਗਿਆ ਕਿ ਆ 4 ਸੈਂਟੀਮੀਟਰ ਹੈ, ਆ 4.1 ਸੈਂਟੀਮੀਟਰ ਹੈ, ਆ 4.2 ਸੈਂਟੀਮੀਟਰ ਹੈ। ਠੀਕ ਹੈ ਜੀ, ਆ ਕਹਿ ਦਿੱਤਾ ਗਿਆ ਜੀ ਆ 4 ਸੈਂਟੀਮੀਟਰ ਹੈ, ਆ 3.8 ਸੈਂਟੀਮੀਟਰ ਹੈ, 3.9 ਸੈਂਟੀਮੀਟਰ ਹੈ। ਠੀਕ ਹੈ ਜੀ, ਇਹਦਾ ਮਤਲਬ ਇਹ ਹੋਇਆ ਮੈਨੂੰ ਕੀ ਕੀਤਾ ਗਿਆ, ਮੈਨੂੰ ਉਹਨਾਂ ਨੇ
ਇੱਕ ਤ੍ਰਿਭੁਜ ਇੱਕ ਦੋ ਤ੍ਰਿਭੁਜਾਂ ਦੇ ਵਿੱਚ ਇੱਕ ਭੁਜਾ ਜਿਹੜੀ ਹੈਗੀ ਆ ਉਹ ਕਹਿ ਦਿੱਤੀ ਕਿ ਬਰਾਬਰ ਹੈ। ਠੀਕ ਹੈ, ਜਾਨੀ ਕਿ ਇਹਦੇ ਵਿੱਚ ਆਹ ਵਾਲੀ ਭੁਜਾ ਇਸ ਭੁਜਾ ਦੇ ਬਰਾਬਰ ਉਹਨੇ ਕਹਿ ਦਿੱਤੀ। ਤਾਂ ਕੀ ਮੈਂ ਕਹਿ ਸਕਦਾ ਹਾਂ ਕਿ ਇਹ ਦੋ ਤ੍ਰਿਭੁਜਾਂ ਸਰਬੰਸਮ ਹਨ? ਨਹੀਂ, ਕੋਈ ਜ਼ਰੂਰੀ ਨਹੀਂ ਆ। ਦੇਖੋ ਜੇਕਰ ਤੁਸੀਂ ਇਹਨਾਂ ਨੂੰ ਇਹ ਕਰ ਦੋ, ਹੁਣ ਆਹ ਦੇਖੋ ਕਿਉਂ ਨਹੀਂ ਬਰਾਬਰ ਹਨ। ਇੱਕ ਵਿਦਿਆਰਥੀ ਕਹਿੰਦਾ ਬਰਾਬਰ ਹਨ ਜੀ। ਠੀਕ ਹੈ ਜੀ, ਆਹ ਭੁਜਾ 4 ਸੈਂਟੀਮੀਟਰ ਦੀ, ਇੱਥੇ ਵੀ ਇੱਕ ਭੁਜਾ 4 ਸੈਂਟੀਮੀਟਰ ਦੀ ਲੈ ਲੈਂਦੀ ਹੈ। ਠੀਕ ਹੈ ਜੀ, ਆਹ ਵੀ 4 ਸੈਂਟੀਮੀਟਰ ਦੀ। ਦੇਖੋ ਇਹਨੂੰ ਜਿੰਨਾ ਮਰਜ਼ੀ ਕਰ ਲਓ, ਇੱਕ ਆਹ ਬਣਾ ਲਈ ਤੇ ਦੂਸਰੀ ਮੈਂ ਬਣਾ ਲਈ। ਦੇਖੋ ਇੱਕ ਇਹਨਾਂ ਦੋਨਾਂ ਤ੍ਰਿਭੁਜਾਂ ਦੀ ਇੱਕ ਭੁਜਾ 4 ਸੈਂਟੀਮੀਟਰ ਹੈ, ਲੇਕਿਨ ਕੀ ਬਾਕੀ ਦੀਆਂ ਦੋ ਭੁਜਾਵਾਂ ਜਿਹੜੀਆਂ ਹਨ ਉਹਦਾ ਸਾਥ ਦੇ ਰਹੀਆਂ ਹਨ ਕਿ ਨਹੀਂ ਦੇ ਰਹੀਆਂ ਹਨ? ਠੀਕ ਹੈ ਜੀ, ਨਹੀਂ ਦੇ ਰਹੀਆਂ। ਦੇਖੋ ਇਹ ਸਰਬੰਸਮ ਨਹੀਂ ਹਨ। ਠੀਕ ਹੈ, ਇੱਕ ਭੁਜਾ ਦੇ ਨਾਲ ਅਸੀਂ ਸਰਬੰਸਮਤਾ ਦੇ ਨਿਯਮ ਨਹੀਂ ਦੱਸ ਸਕਦੇ। ਫਿਰ ਅਸੀਂ ਕੀ ਕੀਤਾ ਸੀ ਕਿ ਚਲੋ ਮੰਨ ਲਓ ਜੀ ਆਪਣੇ ਕੋਲ ਆ ਇੱਕ ਦੀ ਬਜਾਏ ਮੇਰੇ ਕੋਲ ਦੋ ਭੁਜਾਵਾਂ ਬਰਾਬਰ ਹਨ। ਆ ਵੀ 4 ਸੈਂਟੀਮੀਟਰ ਹੈ, ਆ ਵੀ 4 ਸੈਂਟੀਮੀਟਰ ਹੈ, ਆ ਵੀ 4 ਹੈ ਤੇ ਆ ਵੀ 4 ਸੈਂਟੀਮੀਟਰ ਹੈ। ਠੀਕ ਹੈ ਜੀ, ਆ ਅਲੱਗ ਹੈ, ਇਹਦੇ ਬਾਰੇ ਮੈਨੂੰ ਨਹੀਂ ਪਤਾ। ਦੋ ਭੁਜਾਵਾਂ 4-4 ਸੈਂਟੀਮੀਟਰ कहती ਕਹਿੰਦੇ ਕਿ ਹੁਣ ਦੱਸੋ ਕੀ ਦੋ ਭੁਜਾਵਾਂ 4 ਸੈਂਟੀਮੀਟਰ ਲੰਬੀਆਂ ਹਨ? ਕੀ ਜਿਹੜਾ ਹੈ ਇਹ ਦੋਵੇਂ ਤ੍ਰਿਭੁਜਾਂ ਆਪਸ ਵਿੱਚ ਸਰਬੰਸਮ ਹੋ ਸਕਦੀਆਂ ਹਨ? ਕਈ ਵਿਦਿਆਰਥੀ ਕਹਿੰਦੇ ਹਨ ਹਾਂਜੀ ਹੋ ਸਕਦੀਆਂ। ਦੇਖੋ ਉਹਨਾਂ ਨੇ ਕਿਹਾ ਆ ਐਸੇ ਦੋ ਭੁਜਾਵਾਂ ਬਣ ਗਈਆਂ, ਕੋਣ ਹੋਵੇ ਨਾ ਹੋਵੇ ਲੱਗਦਾ ਪਿਆ ਆ। ਮੈਂ ਇੱਥੇ ਦੇਖੋ ਤੁਹਾਨੂੰ ਦੋ ਕੇਸ ਬਣਾ ਦਿੱਤਾ ਹਨ, ਇਹ ਤਾਂ ਲੱਗ ਨਹੀਂ ਹੈ। ਠੀਕ ਹੈ, ਹੁਣ ਦੇਖਿਓ ਆ 4 ਸੈਂਟੀਮੀਟਰ ਦੀ ਭੁਜਾ, ਆ ਵੀ 4 ਸੈਂਟੀਮੀਟਰ ਦੀ ਭੁਜਾ। ਠੀਕ ਹੈ ਜੀ, ਆ ਬਣ ਗਈ ਤੀਸਰੀ। ਠੀਕ ਹੈ ਜੀ, ਹੁਣ ਦੇਖੋ ਆ 4 ਸੈਂਟੀਮੀਟਰ ਦੀ ਭੁਜਾ, ਆ ਵੀ 4 ਸੈਂਟੀਮੀਟਰ ਮੰਨ ਲਓ ਆ ਚੀਜ਼। ਠੀਕ ਹੈ, ਚਲੋ ਇਹਦੇ ਵਿੱਚ ਥੋੜਾ ਛੋਟਾ ਬਣ ਗਿਆ ਆਪਣੇ ਕੋਲ, ਆਪਾਂ 4 ਸੈਂਟੀਮੀਟਰ ਬਣਾਣੀ ਹੈ। ਆ ਵੀ 4 ਸੈਂਟੀਮੀਟਰ ਦੀ, ਆ ਵੀ 4 ਸੈਂਟੀਮੀਟਰ। ਠੀਕ ਹੈ, ਆ ਵੀ 4, ਆ ਵੀ 4। ਦੇਖੋ ਆ ਕੀ ਇਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਸਮ ਲੱਗਦੀਆਂ? ਨਹੀਂ ਲੱਗ ਰਹੀਆਂ। ਠੀਕ ਹੈ ਜੀ, ਸੋ ਇਹਦਾ ਮਤਲਬ ਇਹ ਹੋਇਆ ਕਿ ਦੋ ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹੋਣਾ ਵੀ ਇਸ ਚੀਜ਼ ਦੀ ਨਿਸ਼ਾਨੀ ਨਹੀਂ ਸੀ ਕਿ ਉਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਸਮ ਹਨ। ਫਿਰ ਅਸੀਂ ਕਿਹਾ ਸੀ ਕਿ ਹਾਂ ਹੁਣ ਤੁਸੀਂ ਤੀਸਰੀ ਚੀਜ਼ ਵੀ ਮਿੱਥ ਲਓ। ਆ 60 ਡਿਗਰੀ ਹੈ, ਆ 60 ਡਿਗਰੀ ਹੈ। ਠੀਕ ਹੈ ਜੀ, ਹੁਣ ਤੁਸੀਂ ਜਿੰਨਾ ਮਰਜ਼ੀ ਇਦਾਂ ਦੀਆਂ ਡਾਇਗਰਾਮ ਬਣਾ ਲਓ, ਟਰਾਈ ਕਰ ਲਓ, ਤੁਹਾਡੇ ਕੋਲ ਹਰ ਵਾਰ ਦੋ ਭੁਜਾਵਾਂ ਬਰਾਬਰ ਕਰਕੇ 4-4 ਸੈਂਟੀਮੀਟਰ ਦੀਆਂ ਦੋ ਭੁਜਾਵਾਂ ਦੇ ਵਿਚਕਾਰਲਾ ਕੋਣ 60 ਡਿਗਰੀ ਦਾ ਰੱਖੋ। ਤੁਸੀਂ ਜਿੰਨੀ ਮਰਜ਼ੀ ਕਟਿੰਗ ਕਰ ਲਓ, ਸਾਰੀਆਂ ਇੱਕੋ ਜਿਹੀਆਂ ਟ੍ਰਾਇੰਗਲਸ ਬਣਨਗੀਆਂ। ਇਹਦਾ ਮਤਲਬ ਹੈ ਜਿਹਦੇ ਵਿੱਚ ਸਾਈਡ ਐਂਗਲ ਸਾਈਡ ਬਰਾਬਰ ਹੋਏਗਾ, ਉਹ ਸਾਰੀਆਂ ਤ੍ਰਿਭੁਜਾਂ ਜਿਹੜੀਆਂ ਹੈਗੀਆਂ ਹਨ ਆਪਸ ਦੇ ਵਿੱਚ ਕੀ ਹੋਣਗੀਆਂ? ਸਰਬੰਸਮ ਹੋਣਗੀਆਂ, ਭਾਵ ਇੱਕੋ ਜਿਹੀਆਂ ਬਣਨਗੀਆਂ। ਠੀਕ ਹੈ ਜੀ, ਸੋ ਇਹ ਇੱਕ ਕਿਰਿਆ ਸੀ ਉਦੋਂ ਕੀਤੀ ਸੀ ਜਦੋਂ ਆਪਾਂ ਲੈਕਚਰ ਸਟਾਰਟਿੰਗ ਦੇ ਵਿੱਚ ਕੀਤਾ ਸੀ। ਠੀਕ ਹੈ ਜੀ, ਇਹਦੇ ਨਾਲ ਅਸੀਂ ਇਸ ਚੀਜ਼ ਨੂੰ ਸਮਝਿਆ ਸੀਗਾ। ਠੀਕ ਹੈ, ਹੁਣ ਜਦੋਂ ਇਸ ਚੀਜ਼ ਨੂੰ ਅਸੀਂ ਸਮਝਿਆ ਵਿਦਿਆਰਥੀਓ, ਉਸ ਤੋਂ ਬਾਅਦ ਇੱਕ ਚੀਜ਼ ਵੀ ਕਹੀ ਗਈ ਕਿ ਇਹ ਥਿਉਰਮ ਨਹੀਂ ਹੈ ਵਿਦਿਆਰਥੀਓ, ਇਹ ਸਾਡੇ ਕੋਲ ਕੀ ਸੀਗਾ ਜੀ? ਇਹ ਇੱਕ ਸਵੈ ਸਿੱਧ ਸੀ ਸਾਡੇ ਕੋਲ। ਸਵੈ ਸਿੱਧ ਦਾ ਭਾਵ ਕੀ ਹੁੰਦਾ? ਜੋ ਆਪਣੇ ਆਪ ਦੇ ਵਿੱਚ ਹੀ ਪਰਿਪੂਰਕ ਹੁੰਦਾ ਹੈ, ਆਪਣੇ ਆਪ ਦੇ ਵਿੱਚ ਪੂਰਨ ਹੈ। ਇਹਨੂੰ ਹੱਦ ਸਿੱਧ ਕਰਨ ਦੀ ਲੋੜ ਨਹੀਂ, ਇਹਨੂੰ ਸਿੱਧ ਮੰਨ ਕੇ ਚੱਲੀਦਾ ਕਿ ਹਾਂ ਵੀ ਆਪਣੇ ਆਪ ਦੇ ਵਿੱਚ ਸਿੱਧ ਹੈ। ਆਪਾਂ ਹੁਣੀ ਐਕਟੀਵਿਟੀਜ਼ ਦੇ ਨਾਲ ਤਦੇ ਇਹਦੇ ਨਾਲ ਜੁੜੀਆਂ ਹੋਈਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਜਿੰਨੀਆਂ ਵੀ ਕਿਰਿਆਵਾਂ ਕੀਤੀਆਂ ਤਾਂ ਸਿੱਧੀ ਸੀਗਾ ਜੀ, ਇਹਨੂੰ ਮੈਨੂੰ ਹੱਲ ਕਰਨ ਦੀ ਸਿੱਧ ਕਰਨ ਦੀ ਥਿਉਰਮ ਦੀ ਤਰ੍ਹਾਂ ਸਿੱਧ ਕਰਨ ਦੀ ਲੋੜ ਨਹੀਂ ਵੀ, ਕਿਉਂਕਿ ਇਹ 'ਚ ਡਾਊਟ ਕੋਈ ਨਹੀਂ ਹੈਗਾ। ਠੀਕ ਹੈ ਜੀ, ਸੋ ਆਹ ਚੀਜ਼ ਮੇਰੇ ਕੋਲ ਸਵੈ ਸਿੱਧ ਹੈ ਜੀ। ਪਹਿਲਾ ਪਾਰਟ ਆਪਣਾ ਇਹਦਾ ਕਰ ਲਿਆ ਸੀ। ਦੂਸਰੇ ਪਾਰਟ ਦੇ ਵਿੱਚ ਵਿਦਿਆਰਥੀਓ ਅਸੀਂ ਕੀਤਾ ਸੀਗਾ ਜੀ ਕੋਣ ਭੁਜਾ ਕੋਣ। ਠੀਕ ਹੈ ਜੀ, ਇਹਦਾ ਭਾਵ ਸੀ ਕੋਣ ਭੁਜਾ ਤੇ ਕੋਣ। ਅੱਛਾ, ਜਿਹੜਾ ਸੈਕੰਡ ਪਾਰਟ ਅਸੀਂ ਕੀਤਾ ਸੀਗਾ ਉਹਦੇ ਵਿੱਚ ਆਪਾਂ ਇਹਨੂੰ ਪੂਰਾ ਬਕਾਇਦਾ ਹੱਲ ਕੀਤਾ ਸੀਗਾ। ਤੇ ਹੁਣ ਆਪਾਂ ਸਿਰਫ ਇਹ ਚੀਜ਼ ਸਮਝ ਲੈਣੀ ਹਨ ਕਿ ਜੇਕਰ ਦੋ ਤ੍ਰਿਭੁਜਾਂ ਦੇ ਵਿੱਚ ਮੰਨ ਲਓ ਆ ਦੋ ਤ੍ਰਿਭੁਜਾਂ ਨੇ। ਠੀਕ ਹੈ ਜੀ, ਆ ਅਲੱਗ-ਅਲੱਗ ਦੋ ਤ੍ਰਿਭੁਜਾਂ ਬਣਾਤੀਆਂ ਮੈਂ। ਠੀਕ ਹੈ ਜੀ, ਆ ਤੇ ਇੱਧਰ ਵੀ ਮੈਂ ਆ ਚੀਜ਼ ਬਣਾਤੀ। ਠੀਕ ਹੈ ਜੀ, ਆ ਦੋ ਤ੍ਰਿਭੁਜਾਂ ਬਣਾਤੀਆਂ। ਜੇਕਰ ਇਹਨਾਂ ਦੋ ਤ੍ਰਿਭੁਜਾਂ ਦੀ ਆ ਵਾਲੀ ਭੁਜਾ ਬਰਾਬਰ ਹੈ, ਆ ਵੀ 4 ਸੈਂਟੀਮੀਟਰ ਤੇ ਆ ਵੀ 4 ਸੈਂਟੀਮੀਟਰ, ਆ ਕੋਣ ਵੀ 50 ਡਿਗਰੀ, ਆ ਵੀ 50 ਡਿਗਰੀ, ਆ ਵੀ 50 ਡਿਗਰੀ ਤੇ ਆ ਵੀ 50 ਡਿਗਰੀ। ਠੀਕ ਹੈ ਜੀ, ਯਾਨੀ ਕਿ ਇਹਨਾਂ ਦੋਨਾਂ ਤ੍ਰਿਭੁਜਾਂ ਦੇ ਇੱਕ ਭੁਜਾ ਤੇ ਉਸ ਭੁਜਾ ਦੇ ਨਾਲ ਜਿਹੜੇ ਉਹਦੇ ਕੋਣ ਹੈਗੇ ਨੇ, ਬਣਦੇ ਕੋਣ ਲੱਗਦੇ ਕੋਣ ਨੇ ਇਸ ਭੁਜਾ ਦੇ। ਠੀਕ ਹੈ ਜੀ, ਉਹ ਦੋਵੇਂ ਕੋਣ ਵੀ ਆਪਸ ਦੇ ਵਿੱਚ ਬਰਾਬਰ ਹੋਣ। ਠੀਕ ਹੈ ਜੀ, ਇਹਦੇ ਕੋਣ ਇਸ ਭੁਜਾ ਦੇ ਬਰਾਬਰ ਹੋਣ। ਇਹ ਜ਼ਰੂਰੀ ਨਹੀਂ 50-50 ਹੋਣ। ਠੀਕ ਹੈ ਜੀ, ਤਾਂ ਮੈਂ 50-50 ਵਾ ਦਿੱਤਾ, ਇਹਦਾ 50 ਇਹਦੇ ਬਰਾਬਰ ਹੋਣਾ ਚਾਹੀਦਾ। ਮੰਨ ਲਓ ਇਹ 40 ਹੈ ਤੇ ਇਹ 40 ਦੇ ਬਰਾਬਰ ਹੋਵੇ। ਠੀਕ ਹੈ ਜੀ, ਤਾਂ ਇਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਬਣ ਜਾਣਗੀਆਂ? ਸਰਬੰਸਮ ਬਣ ਜਾਣਗੀਆਂ। ਅੱਛਾ, ਇਹਦੇ ਵਿੱਚ ਇੱਕ ਬੜੀ ਅੱਛੀ ਚੀਜ਼ ਅਸੀਂ ਕੀਤੀ ਸੀ, ਉਹ ਕੀ ਸੀ ਵਿਦਿਆਰਥੀਓ ਕਿ ਦੋ ਕੋਣ ਤਾਂ ਬਰਾਬਰ ਸੀਗੇ। ਠੀਕ ਹੈ ਜੀ, ਕਈ ਜਗ੍ਹਾ ਇਹ ਚੀਜ਼ ਬੱਚੇ ਪੁੱਛਦੇ ਨੇ ਕਿ ਕੀ ਸਰ ਇਹ ਚੀਜ਼ ਪੋਸੀਬਲ ਹੈ, ਯਾਨੀ ਕਿ ਕੋਣ ਤੇ ਭੁਜਾ, ਕੀ ਸਰ ਇਹ ਚੀਜ਼ ਵੀ ਸੱਚ ਹੋ ਸਕਦੀ ਹੈ? ਜੇ ਆਹ ਚੀਜ਼ ਸੱਚੀ ਹੈ ਤਾਂ ਆ ਵੀ ਸੱਚ ਹੋਏਗੀ। ਜਦੋਂ ਇਹ ਚੀਜ਼ ਕਰਵਾਈ ਗਈ ਸੀ ਤਾਂ ਉਦੋਂ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਵਿਦਿਆਰਥੀਓ, ਜੇਕਰ ਤੁਸੀਂ ਇਹ ਚੀਜ਼ ਮੰਨਦੇ ਹੋ ਨਾ ਕਿ ਕੋਣ ਭੁਜਾ ਕੋਣ ਜਿਹੜਾ ਹੈਗਾ ਆ ਇਹ ਸਰਬੰਸਮਤਾ ਦਾ ਇੱਕ ਨਿਯਮ ਹੈ, ਤਾਂ ਇਹ ਆਟੋਮੈਟਿਕਲੀ ਉਹਦਾ ਨਿਯਮ ਬਣ ਜਾਏਗਾ। ਕਿਉਂ ਬਣੇਗਾ? ਉਹਦਾ ਕਾਰਨ ਦੇਖੋ। ਆ ਇੱਕ ਤ੍ਰਿਭੁਜ ਹੈ ਵਿਦਿਆਰਥੀਓ। ਠੀਕ ਹੈ ਜੀ, ਇਸ ਤ੍ਰਿਭੁਜ ਦੇ ਵਿੱਚ ਧਿਆਨ ਨਾਲ ਦੇਖਿਓ, ਇਹਦੇ ਵਿੱਚ ਮੈਂ ਕੋਣ A, ਆ B, ਆ C ਕਰ ਦਿੱਤਾ।
ठीक है जी। ਇਹਦੇ ਵਿੱਚ ਇਹ ਕਿਹਾ ਗਿਆ ਕਿ ਦੂਸਰੀ ਤ੍ਰਿਭੁਜ ਦੇ ਵਿੱਚ ਕੋਈ ਇੱਕ ਹੋਰ ਤ੍ਰਿਭੁਜ ਇੱਥੇ ਬਣਾ ਲਓ ਜੀ, ਠੀਕ ਹੈ ਜੀ। ਇਹਦੇ ਨਾਮ ਦੀ ਤ੍ਰਿਭੁਜ ਹੈ, ਥੋੜੀ ਟੇਢੀ ਜੀ ਕਰਕੇ ਬਣਾਉਣਾ ਮੈਂ ਜਾਣ ਕੇ, ਠੀਕ ਹੈ ਜੀ। ਇਹਨੂੰ ਕਰ ਦਿੱਤਾ डी E ਤੇ F, ਠੀਕ ਹੈ ਜੀ। ਹੁਣ ਜੇਕਰ ਆਹ ਕੋਣ ਇਸ ਕੋਣ ਦੇ ਬਰਾਬਰ ਹੈ, ਆਹ ਕੋਣ ਇਸ ਕੋਣ ਦੇ ਬਰਾਬਰ ਹੈ, ਠੀਕ ਹੈ ਜੀ। ਤੀਸਰੇ ਕੋਣ ਬਾਰੇ ਮੈਨੂੰ ਨਹੀਂ ਕਿਹਾ ਗਿਆ, ਠੀਕ ਹੈ ਜੀ। ਤਾਂ ਕੀ ਮੈਂ ਤੀਸਰੇ ਕੋਣ ਦੇ ਬਾਰੇ ਕੋਈ ਜਜਮੈਂਟ ਆਪਣੀ ਦੇ ਸਕਦਾ ਕਿ ਨਹੀਂ ਦੇ ਸਕਦਾ? ਠੀਕ ਹੈ ਜੀ, ਬਿਲਕੁਲ ਦੇ ਸਕਦਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਮੈਂ ਤੁਹਾਨੂੰ ਇੱਥੇ ਹੁਣੀ ਸਿੱਧ ਕਰਕੇ ਦਿਖਾਣਾ, ਠੀਕ ਹੈ। ਅਸੀਂ ਦੇਖੋ ਵਿਦਿਆਰਥੀਓ, ਆਹ ਦੋ ਤ੍ਰਿਭੁਜਾਂ ਦੇ ਵਿੱਚ ਮੈਨੂੰ ਇਹ ਕਿਹਾ ਗਿਆ ਕੋਣ A ਕੋਣ E ਦੇ ਬਰਾਬਰ ਹੈ, ਪਰ ਮੈਂ ਲਿਖਦਾ ਕੋਣ A ਜਮਾ ਕੋਣ B ਜਮਾ ਕੋਣ C ਬਰਾਬਰ ਕਿੰਨਾ ਵਿਦਿਆਰਥੀਓ 180 ਡਿਗਰੀ। ਦੂਸਰੇ ਪਾਸੇ ਕਿਹਾ ਗਿਆ ਕੋਣ D ਜਮਾ ਕੋਣ E ਜਮਾ ਕੋਣ F ਬਰਾਬਰ 180 ਡਿਗਰੀ। ਇਹਦਾ ਕਾਰਨ ਕੀ ਹੈ? त्रिभुज ਦੇ ਤਿੰਨੋਂ ਅੰਦਰੂਨੀ ਕੋਣਾਂ ਦਾ ਜੋੜ ਕਿਹੜਾ ਹੁੰਦਾ, ਕਿੰਨੇ ਡਿਗਰੀ ਹੁੰਦਾ? ਬਰਾਬਰ 380 ਡਿਗਰੀ ਹੁੰਦਾ ਹੈ, 180 ਡਿਗਰੀ ਹੁੰਦਾ ਹੈ, ਠੀਕ ਹੈ ਜੀ। ਆ 180 ਡਿਗਰੀ ਬਰਾਬਰ ਹੋ ਗਿਆ। ਹੁਣ ਦੇਖੋ ਕੋਣ 180 ਦੇ ਬਰਾਬਰ, ਕੋਣ B ਕੋਣ E ਦੇ ਬਰਾਬਰ, ਦੇਖੋ ਹੈਗਾ ਨਾ, ਕੋਣ C ਕੋਣ F ਦੇ ਬਰਾਬਰ, ਕੋਣ C ਕੋਣ F ਦੇ ਬਰਾਬਰ। ਹੁਣ ਇਹ ਬਰਾਬਰ ਤਾਂ ਵਿਦਿਆਰਥੀਓ ਤਦ ਹੀ ਸਾਰੇ ਬਣਨਗੇ ਜੇਕਰ ਆ ਵੀ ਆਪਸ ਦੇ ਵਿੱਚ ਬਰਾਬਰ ਹੋਣਗੇ, ਠੀਕ ਹੈ ਜੀ। ਜੇ ਮੰਨ ਲਓ ਤੁਸੀਂ ਕਹਿ ਦਿੰਦੇ ਹੋ ਕਿ ਕੋਣ A ਕੋਣ D ਤੋਂ ਛੋਟਾ ਹੈ ਤਾਂ ਇਹ 180 ਦੇ ਬਰਾਬਰ ਨਹੀਂ ਹੋ ਸਕਦੇ, ठीक है जी, क्योंकि बराबर चीजों का जोड़ ही बराबर हो सकता है, अदरवाइज पॉसिबल नहीं है ये चीज, ठीक है। सो इस तो भाव यह होया कि कोण A कोण D के बराबर होएगा ही होएगा। ਇਹਦਾ मतलब यह है कि ये चाहे चीज लिखी होवे चाहे ना लिखी होवे, ਤੇ ਇਹਦਾ ਇੱਕ ਅੰਡਰਸਟੂਡ ਹੈ ਕਿ ਜੇਕਰ ਕਿਸੇ ਦੋ ਤ੍ਰਿਭੁਜਾਂ ਵਿੱਚ ਦੋ ਕੋਣ ਬਰਾਬਰ ਹਨ ਆਪਸ ਦੇ ਵਿੱਚ ਤਾਂ ਤੀਜਾ ਆਪਣੇ ਆਪ ਹੀ ਬਰਾਬਰ ਹੋਏਗਾ। ਸੋ ਇਸ ਤੋਂ ਭਾਵ ਇਹ ਹੋਇਆ ਕਿ ਨਿਯਮ ਤਾਂ ਸਾਡੇ ਕੋਲ ਆਹੀ ਆ ਵਿਦਿਆਰਥੀਓ, ਨਿਯਮ ਤਾਂ ਸਾਡੇ ਕੋਲ ਆਹੀ ਆ, ਕੋਣ ਭੁਜਾ ਕੋਣ, ठीक है जी। नियम साडे कोल है विद्यार्थियों कोण भुजा कोण, नियम यही है साडे कोल। लेकिन क्योंकि तीजा कोण अपने आप बराबर होता है तो इसका भाव यह होया विद्यार्थियों, मान लो जो भुजा बराबर सी, ठीक है जी, कोण आ तो बराबर देते तुहानू कहता कि आ इहदे बराबर, आ इहदे बराबर, लेकिन भुजा आ इहदे बराबर है, ठीक है जी। तो जब ए वाला कोण इहदे बराबर ऑटोमेटिकली हो गया, ठीक है जी। आ मैं तुहानू कहता बराबर हो गया, इसका मतलब गल तो ही बन गई कोण भुजा कोण, कोण भुजा कोण, ठीक है जी। इस करके एंगल एंगल साइड यानी कि कोण कोण भुजा जिहड़ी हैगी आ ਉਹ ਵੀ ਆਪਣੇ ਆਪ ਦੇ ਵਿੱਚ ਉਨੀ ਹੀ ਸਹੀ ਹੈ ਜਿੰਨਾ ਕਿ ਆ ਉੱਪਰਲਾ ਨਿਯਮ ਆਪਣੇ ਆਪ ਦੇ ਵਿੱਚ ਸਹੀ ਸੀ। ਸੋ ਮੈਂ ਉਮੀਦ ਕਰਦਾ ਵਿਦਿਆਰਥੀਓ ਤੁਸੀਂ ਮੇਰੀ ਇਸ ਚੀਜ਼ ਨੂੰ ਸਮਝਿਆ ਹੋਵੇਗਾ। ਤੇ ਆਓ ਚੱਲਦੇ ਹਾਂ ਵਿਦਿਆਰਥੀਓ ਇਸ ਦੇ ਇੱਕ ਦੇ ਸਵਾਲ ਦੇ ਵੱਲ ਚੱਲਦੇ ਹਾਂ ਵਿਦਿਆਰਥੀਓ, ਫਿਰ ਅਸੀਂ ਜੋ ਹੈ ਆਪਣੇ ਕੀ ਕਹਿੰਦੇ ਹਾਂ ਅਗਲੇ ਟੌਪਿਕ ਵੱਲ, ਸਬ ਟੌਪਿਕ ਵੱਲ ਜਿਹੜਾ ਹੈ ਉਹ ਚੱਲਾਂਗੇ, ठीक है विद्यार्थियों। ਅਸੀਂ देखो विद्यार्थियों हले तक जिन्नी बारी भी गल की है ਉਹਦੇ ਵਿੱਚ ਆਪਾਂ ਹਮੇਸ਼ਾ ਇਹੀ ਗੱਲ ਕਹੀ ਆ ਕਿ ਸਵਾਲ ਜਿੰਨਾ ਮਰਜ਼ੀ ਤੁਹਾਨੂੰ ਦੇਖਣ ਨੂੰ ਔਖਾ ਲੱਗੇ, ਜੇ ਸਾਡੇ ਕਨਸੈਪਟ ਕਲੀਅਰ ਹਨ ਤਾਂ ਸਵਾਲ ਸਾਡਾ ਬਹੁਤ ਸੌਖਾ ਜਿਹੜਾ ਹੈ ਉਹ ਬਣ ਜਾਏਗਾ, ठीक है विद्यार्थियों। चलो अपना सवाल है विद्यार्थियों, रेखाखंड AB एक दूसरी रेखाखंड CD दे समानांतर है O AD दा मध्य बिंदु है, ठीक है विद्यार्थियों। सिद्ध करो की सिद्ध करना, आप दो चीजें सिद्ध करनी है, इस करके इत्थे लिखना है सिद्ध करो। पहली चीज है त्रिभुज AOB सरबंसम है त्रिभुज DOC दे, ते दूसरी चीज आप सिद्ध करनी है OBC दा मध्य बिंदु है, ठीक है विद्यार्थियों। अच्छा विद्यार्थियों मैं एक बारी आप जी ਨੂੰ ਇਹ ਰਕਮ ਫੇਰ ਪੜ੍ਹ ਕੇ ਸੁਣਾ ਦਿੰਦਾ ਹਾਂ, ਕਿਉਂਕਿ ਇਸ ਤੋਂ ਬਾਅਦ ਮੈਨੂੰ ਇਹ ਰਕਮ ਮਿਟਾਣੀ ਪਏਗੀ, ਤਦ ਹੀ ਮੈਂ ਇਸ ਸਵਾਲ ਨੂੰ ਇੱਕ ਵਾਰੀ ਕਰ ਪਾਵਾਂਗਾ। ਇਹਦਾ ਡਾਇਗਰਾਮ ਜਿਹੜਾ ਹੈ ਮੈਂ ਇੱਧਰ ਬਣਾ ਦਿੰਦਾ ਵਿਦਿਆਰਥੀਓ। ਸਾਡੇ ਕੋਲ ਆ ਦੋ ਉਹਨੇ ਕਿਹਾ ਸੀ ਰੇਖਾਖੰਡ AB ਜਿਹੜਾ ਹੈ ਉਹ ਰੇਖਾਖੰਡ CD ਦੇ ਜਿਹੜਾ ਹੈ ਸਮਾਨਾਂਤਰ ਹੈ। ਆ AB ਲੈ ਲੈਂਦੇ ਆ ਜੀ, ਠੀਕ ਹੈ ਜੀ, ਆ C ਤੇ ਆ D ਹੋ ਗਿਆ ਜੀ ਆਪਣੇ ਕੋਲ, ਠੀਕ ਹੈ ਜੀ। ਆ ਆਪਣੇ ਕੋਲ AD ਆ ਗਿਆ, ਆ ਆਪਣੇ ਕੋਲ BC ਆ ਗਿਆ, ਇਹ O ਬਿੰਦੂ ਦੇ ਉੱਤੇ ਜਿਹੜਾ ਹੈ ਉਹ ਕੱਟਦੇ ਹਨ ਤੇ ਸਾਨੂੰ ਇਹ ਕਿਹਾ ਗਿਆ ਕਿ O ਜਿਹੜਾ AD ਦਾ ਮੱਧ ਬਿੰਦੂ ਹੈ, मतलब OA ਬਰਾਬਰ OD ਸਾਨੂੰ ਦਿੱਤਾ ਹੋਇਆ ਹੈ, ਕਿਉਂਕਿ ਉਹਨੇ ਇਹ ਕਿਹਾ ਹੈ ਕਿ ਰੇਖਾਖੰਡ AB ਜਿਹੜਾ ਹੈ ਉਹ ਸਮਾਨਾਂਤਰ ਹੈ ਰੇਖਾਖੰਡ CD ਦੇ। ਇਸ ਕਰਕੇ ਮੈਂ ਇੱਥੇ
ਸਮਾਨਾਂਤਰ ਦਾ ਨਿਸ਼ਾਨ ਜਿਹੜਾ ਹੈ ਉਹ ਪਾ ਦਿੰਦਾ ਕਿ ਇਹ ਦੋਵੇਂ ਆਪਸ ਦੇ ਵਿੱਚ ਸਮਾਨਾਂਤਰ ਹਨ। ਤਾਂ ਉਸ ਤੋਂ ਬਾਅਦ ਮੈਨੂੰ ਸਿੱਧ ਕਰਨ ਲਈ ਕਿਹਾ ਸੀਗਾ ਕਿ ਇਹਨਾਂ ਦੋਨਾਂ ਤ੍ਰਿਭੁਜਾਂ ਨੂੰ ਆਪਸ ਦੇ ਵਿੱਚ ਸਰਵੰਗਸਮ ਸਿੱਧ ਕਰੋ, ਤੇ ਜੇਕਰ ਇਹ ਦੋਵੇਂ ਆਪਸ ਦੇ ਵਿੱਚ ਸਰਵੰਗਸਮ ਸਿੱਧ ਹੋ ਗਈਆਂ ਤਾਂ ਮੇਰੇ ਖਿਆਲ ਨਾਲ ਦੂਸਰਾ ਪਾਰਟ ਸਾਡਾ ਸੀਪੀਸੀਟੀ ਦੇ ਨਾਲ ਵੈਸੀ ਹੋ ਜਾਏਗਾ ਕਿ ਉਹ ਜਿਹੜਾ ਹੈਗਾ ਉਹ BC ਦਾ ਮੱਧ ਬਿੰਦੂ ਦਾ ਮਤਲਬ ਇਹ ਆ ਕਿ OB ਬਰਾਬਰ OC ਹੈ। ਸੋ ਆ ਮੇਰੇ ਕੋਲ ਜਿਹੜਾ ਹੈ ਇਹਦਾ ਹੱਲ ਹੈ, ਤੇ ਮੈਂ ਹੁਣ ਇਹਨੂੰ ਇਰੇਜ਼ ਕਰ ਦਿੰਦਾ ਇੱਕ ਵਾਰੀ। ਉਸ ਤੋਂ ਬਾਅਦ ਇਹਦਾ ਹੱਲ ਜਿਹੜਾ ਹੈ ਇੱਥੇ ਨਾਲ ਦੇ ਨਾਲ ਆਪਾਂ ਸ਼ੁਰੂ ਕਰ ਲਵਾਂਗੇ। ਠੀਕ ਹੈ ਜੀ, ਇਸ ਦਾ ਹੱਲ ਹੈ ਦੇਖੋ ਵਿਦਿਆਰਥੀਓ, ਕਿੱਦਾਂ ਹੱਲ ਕਰਨਾ ਹੈ। ਸਭ ਤੋਂ ਪਹਿਲਾਂ ਦਿੱਤਾ ਹੈ, ਠੀਕ ਹੈ ਜੀ, ਸਾਨੂੰ ਕੀ ਦਿੱਤਾ ਹੋਇਆ ਇਹਦੇ ਵਿੱਚ। ਠੀਕ ਹੈ, ਸਾਨੂੰ ਪਹਿਲੀ ਚੀਜ਼ ਦਿੱਤੀ ਹੈ CD ਸਮਾਨਾਂਤਰ ਹੈ AB। ਠੀਕ ਹੈ ਜੀ, ਹੁਣ ਇਹ ਦੋ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਸਮਾਨਾਂਤਰ ਹਨ, ਇਸ ਤੋਂ ਭਾਵ ਇਹ ਹੈ, ਦੇਖੋ ਇਹਨਾਂ ਨੂੰ ਨਾਮ ਦੇ ਲਈਏ, ਫਿਰ ਮੈਂ ਤੁਹਾਨੂੰ ਕਹਿੰਦਾ ਨਾ ਹਰ ਵਾਰ ਨਾਮ ਦੇ ਲੋ, ਕੰਮ ਸੌਖਾ ਹੋ ਜਾਏਗਾ ਸਾਡਾ। 3 ਇਹਨੂੰ 4 ਨੰਬਰ ਲਿਖ ਦਿੰਦੇ ਆ। ਠੀਕ ਹੈ ਜੀ, ਕਿਉਂਕਿ CD ਜਿਹੜਾ ਹੈ ਉਹ AB ਦੇ ਸਮਾਨਾਂਤਰ ਹੈ, ਇਸ ਕਰਕੇ ਕੋਣ 3 ਬਰਾਬਰ ਕੋਣ 4 ਦੇ। ਇਹਦਾ ਕੀ ਕਾਰਨ ਹੈ ਜੀ, ਇਹ ਹੈਗਾ ਜੀ ਇਹਦਾ ਇਕਾਂਤਰ ਕੋਣ। ਠੀਕ ਹੈ ਜੀ, ਇਹ ਇਹਦਾ ਇਕਾਂਤਰ ਕੋਣ ਹੈ, ਕਿਉਂਕਿ ਦੋ ਤ੍ਰਿਭੁਜਾਂ ਜਦੋਂ ਆਪਸ, ਦੇਖੋ ਇਕਾਂਤਰ ਕੋਣ ਦਾ ਵੈਸੇ ਵੀ ਆਪਾਂ ਇੱਕ ਜਨਰਲ ਜਿਹਾ ਫਾਰਮੂਲਾ ਕੱਢਦੇ ਕਿ Z ਬਣਦੀ ਆ, ਦੇਖੋ Z ਬਣ ਰਹੀ ਹੈ ਨਾ ਪੂਰੀ। ਠੀਕ ਹੈ ਜੀ, ਆ ਦੋ ਸਮਾਨਾਂਤਰ ਨੇ ਤੇ ਆ ਜਿਹੜੀ ਹੈਗੀ ਆਪਣੇ ਕੋਲ ਕੀ ਆ, ਇਕਾਂਤਰ ਕੋਣ ਬਣ ਗਿਆ। ਤੇ ਇਕਾਂਤਰ ਕੋਣ ਸਮਾਨਾਂਤਰ ਜੇ ਦੋ ਰੇਖਾਵਾਂ ਆਪਸ ਵਿੱਚ ਸਮਾਨਾਂਤਰ ਹੋਣ ਤਾਂ ਉਹਨਾਂ ਦੇ ਵਿਚਕਾਰ ਬਣੇ ਹੋਏ ਜਿਹੜੇ ਕਾਟਵੀਂ ਰੇਖਾ ਦੇ ਬਣਾਏ ਹੋਏ ਕੋਣ ਇਕਾਂਤਰ ਕੋਣ ਹਮੇਸ਼ਾ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ, ਤੇ ਇਹ ਕੀ ਹੋ ਗਏ, ਆਪਸ ਦੇ ਵਿੱਚ ਬਰਾਬਰ ਹੋ ਗਏ। ਕੋਣ 1 ਬਰਾਬਰ ਕੋਣ 2 ਦੇ ਹੈ, ਇਹਦਾ ਤਾਂ ਮੇਰੇ ਖਿਆਲ ਨਾਲ ਸਾਰੇ ਬੱਚਿਆਂ ਨੂੰ ਪਤਾ ਹੋਏਗਾ। ਇਹ ਹਨ ਵਿਦਿਆਰਥੀਓ ਸਿਖਰ ਸਨਮੁਖ ਕੋਣ। ਠੀਕ ਹੈ ਵਿਦਿਆਰਥੀਓ, ਸੋ ਇਹ ਸਾਡੇ ਕੋਲ ਕੀ ਆ ਗਏ, ਸਿਖਰ ਸਨਮੁਖ ਕੋਣ। ਹੁਣ ਇਸ ਤੋਂ ਬਾਅਦ ਇੱਕ ਚੀਜ਼ ਉਹਨੇ ਹੋਰ ਸਾਨੂੰ ਦਿੱਤੀ ਹੋਈ ਸੀ, ਇਹ ਦੇਖੋ ਇਹ ਸਾਰੇ ਦਿੱਤੇ ਹੋਏ ਦੇ ਵਿੱਚ ਹੀ ਮੈਂ ਲਿਖ ਰਿਹਾ। ਕਿਉਂ? ਕਿਉਂਕਿ ਮੇਰੇ ਕੋਲ ਅਲੱਗ ਚੀਜ਼ ਮੈਂ ਕੋਈ ਸਿੱਧ ਨਹੀਂ ਕੀਤੀ ਹੈ। ਆਹ ਚੀਜ਼ ਉਹਨੇ ਸਾਨੂੰ ਦਿੱਤੀ ਹੋਈ ਸੀ, ਪਹਿਲੀ ਚੀਜ਼। ਠੀਕ ਹੈ ਜੀ, ਦੂਸਰੀ ਜਿਹੜੀ ਚੀਜ਼ ਦਿੱਤੀ ਹੋਈ ਸੀ, ਧਿਆਨ ਨਾਲ ਦੇਖਿਓ, ਦੂਸਰੀ ਜਿਹੜੀ ਚੀਜ਼ ਦਿੱਤੀ ਸੀ ਉਹਨੇ ਮੈਨੂੰ ਕਿਹਾ ਸੀ OAD ਦਾ ਮਿੱਧ ਬਿੰਦੂ ਹੈ। ਇਹਦਾ ਭਾਵ ਇਹ ਹੋਇਆ ਕਿ OA ਬਰਾਬਰ OD। ਠੀਕ ਹੈ, ਇਹ ਵੀ ਮੈਨੂੰ ਦਿੱਤਾ ਹੈ। ਕਾਰਨ ਕੀ ਸੀਗਾ, OAD ਦਾ ਮੱਧ ਬਿੰਦੂ ਹੈ। ਦੇਖੋ O ਜਿਹੜਾ ਹੈ ਉਹ AD ਦਾ ਮੱਧ ਬਿੰਦੂ ਹੈ, ਤਾਂ ਇਸ ਤੋਂ ਕੀ ਭਾਵ ਹੋਇਆ ਵਿਦਿਆਰਥੀਓ ਕਿ OA ਬਰਾਬਰ OD, OA ਬਰਾਬਰ OD, ਸੌਰੀ ਮੈਂ ਗਲਤੀ ਲੱਗੀ ਸੀ ਮੈਨੂੰ, OD ਦੇ ਬਰਾਬਰ ਆ ਗਿਆ। ਠੀਕ ਹੈ ਜੀ, OA ਬਰਾਬਰ OD ਆ ਗਿਆ। ਹੁਣ ਦੇਖੋ ਵਿਦਿਆਰਥੀਓ, ਸਾਡੇ ਕੋਲ ਦੋ ਤ੍ਰਿਭੁਜਾਂ ਹੈ, ਉਹਨਾਂ ਦੋ ਤ੍ਰਿਭੁਜਾਂ ਦੇ ਵਿੱਚ ਇੱਕ ਭੁਜਾ, ਆਹ ਭੁਜਾ ਇਸ ਭੁਜਾ ਦੇ ਬਰਾਬਰ ਆ ਗਈ, ਤੇ ਇਸ ਭੁਜਾ ਦੇ ਨਾਲ ਲੱਗਦੇ ਹੋਏ ਕੋਣ, ਇੱਕ ਕੋਣ 3 ਹੈ ਤੇ ਇੱਕ ਕੋਣ 1 ਹੈ ਤੇ ਇੱਕ ਕੋਣ 3 ਹੈ। ਇਹਦਾ ਕੋਣ 2 ਹੈ ਤੇ ਇਹਦਾ ਕੋਣ 4 ਹੈ। ਦੇਖੋ ਆ ਇਹਦੇ ਕੋਣ ਬਰਾਬਰ ਆ ਗਿਆ, ਆ ਇਹਦੇ ਬਰਾਬਰ ਆ ਗਿਆ। ਇਸ ਤੋਂ ਭਾਵ ਇਹ ਹੋਇਆ ਕਿ ਦੋ ਤ੍ਰਿਭੁਜਾਂ, ਤ੍ਰਿਭੁਜ AOB ਸਰਵੰਗਸਮ ਹੈ ਤ੍ਰਿਭੁਜ DOC ਦੇ। ਇਹ ਦੋ ਤ੍ਰਿਭੁਜਾਂ, ਇਹੀ ਉਹਨੇ ਮੈਨੂੰ ਸਿੱਧ ਕਰਨ ਲਈ ਕਿਹਾ ਸੀਗਾ ਤੇ ਮੈਂ ਸਿੱਧ ਕਰ ਦਿੱਤੀ ਹੈ। ਤੇ ਇਹਦਾ ਕਾਰਨ ਕੀ ਹੈ, ਕੋਣ ਭੁਜਾ ਕੋਣ, ਯਾਨੀ ਕਿ ਕੋਣ ਭੁਜਾ ਕੋਣ ਦੇ ਨਿਯਮ ਦੇ ਨਾਲ ਇਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਹੋ ਗਈਆਂ, ਸਰਵੰਗਸਮ ਹੋ ਗਈਆਂ। ਤੇ ਜੇਕਰ ਇਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਵਿਦਿਆਰਥੀਓ ਸਰਵੰਗਸਮ ਹਨ ਤਾਂ ਇਸ ਤੋਂ ਭਾਵ ਇਹ ਹੋਇਆ ਕਿ OB ਬਰਾਬਰ ਹੈ OC ਦੇ, OB ਬਰਾਬਰ OC ਦੇ। ਕਾਰਨ ਮੈਂ ਲਿਖਾਂਗਾ CPCT। ਇਹਦੇ ਵਿੱਚ ਆਪਾਂ ਹਮੇਸ਼ਾ ਅੰਗਰੇਜ਼ੀ ਅਨੁਵਾਦ ਵਿੱਚ ਸੌਖਾ ਹੁੰਦਾ, ਛੋਟਾ ਹੁੰਦਾ ਲਿਖਣ ਦੇ ਲਈ CPCT। ਤੇ ਇਹਦਾ ਕਾਰਨ ਕੀ ਹੁੰਦਾ, ਕੋਰਸਪੋਂਡਿੰਗ ਪਾਰਟਸ ਆਫ ਕੰਗਰੂਐਂਟ ਟ੍ਰਾਇੰਗਲ, ਭਾਵ ਸਰਵੰਗਸਮ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦਾ ਮਾਪ ਆਪਸ ਦੇ ਵਿੱਚ ਬਰਾਬਰ ਹੁੰਦਾ ਹੈ, ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹੁੰਦੀਆਂ। ਦੇਖੋ ਸਰਵੰਗਸਮ ਤਾਂ ਹੋ ਗਈਆਂ ਤੇ ਸੰਗਤ ਭੁਜਾਵਾਂ ਦਾ ਮਾਪ ਆਪਸ ਵਿੱਚ ਬਰਾਬਰ ਹੋ ਗਿਆ, ਇਹਦਾ ਮਤਲਬ OB ਬਰਾਬਰ OC ਹੋ ਗਿਆ। ਜੇਕਰ OB ਬਰਾਬਰ OC ਹੈ ਤਾਂ ਵਿਦਿਆਰਥੀਓ ਇਸ ਤੋਂ ਕੀ ਸਿੱਧ ਹੁੰਦਾ ਹੈ, O ਜਿਹੜਾ ਹੈ ਉਹ BC ਦਾ ਕੀ ਹੈ, ਮੱਧ ਬਿੰਦੂ ਹੈ। ਇਹੀ ਜਿਹੜਾ ਸਵਾਲ ਸੀ ਸਾਨੂੰ ਸਟਾਰਟਿੰਗ ਦੇ ਵਿੱਚ ਪੁੱਛਿਆ ਗਿਆ ਸੀ। ਸੋ ਮੈਂ ਉਮੀਦ ਕਰਦਾ ਵਿਦਿਆਰਥੀਓ ਤੁਸੀਂ ਇਸ ਸਵਾਲ ਨੂੰ ਵੀ ਸਮਝਿਆ ਹੋਵੇਗਾ। ਦੇਖਣ ਨੂੰ ਜਦੋਂ ਸ਼ੁਰੂਆਤ ਕੀਤੀ ਸੀ ਥੋੜਾ ਜਟਿਲ ਲੱਗਿਆ ਹੋਵੇਗਾ, ਸਵਾਲ ਥੋੜਾ ਔਖਾ ਲੱਗਿਆ ਹੋਵੇਗਾ, ਲੇਕਿਨ ਮੈਂ ਉਮੀਦ ਕਰਦਾ ਹਾਂ ਕਿ ਬਈ ਇਸ ਡਾਇਗਰਾਮ ਦੇ ਨਾਲ ਜਦੋਂ ਤੁਸੀਂ ਇਹਨੂੰ ਤਰਤੀਬਬੱਧ ਤਰੀਕੇ ਨਾਲ ਕੀਤਾ ਹੋਵੇਗਾ ਫਿਰ ਇਹ ਤੁਹਾਨੂੰ ਔਖਾ ਨਹੀਂ ਲੱਗਿਆ ਹੋਵੇਗਾ। ਠੀਕ ਹੈ, ਚਲੋ ਵਿਦਿਆਰਥੀਓ ਆਓ ਚੱਲਦੇ ਹਾਂ ਆਪਣੇ ਅਗਲੇ ਕਨਸੈਪਟ ਦੇ ਵੱਲ। ਸਾਡੇ ਅਗਲੇ ਕਨਸੈਪਟ ਦੇ ਵਿੱਚ ਅਸੀਂ ਇੱਕ ਹੋਰ ਛੋਟੀ ਜਿਹੀ ਜਿਹੜੀ ਇੱਕ ਪ੍ਰੋਬਲਮ ਨੂੰ ਹੱਲ ਕਰੀਏ ਤੇ ਫਿਰ ਆਪਾਂ ਜਿਹੜਾ ਹੈ ਉਹਦੇ ਨੈਕਸਟ ਚੀਜ਼ ਦੇ ਵੱਲ ਮੂਵ ਕਰਾਂਗੇ। ਅਗਲੀ ਜਿਹੜੀ ਪ੍ਰੋਬਲਮ ਹੈ ਸਾਡੇ ਕੋਲ ਵਿਦਿਆਰਥੀਓ ਉਹ ਕੀ ਹੈ ਕਿ ਇੱਕ ਪ੍ਰਸ਼ਨ ਆਪਾਂ ਕਰਦੇ ਹਾਂ, ਲੇਕਿਨ ਉਸ ਪ੍ਰਸ਼ਨ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਕਹਾਂਗਾ। ਸਮ ਦੋ ਭੁਜੀ ਤ੍ਰਿਭੁਜ ਦੀਆਂ ਜੇਕਰ ਇੱਕ ਥਿਉਰਮ ਹੁੰਦੀ ਹੈ, ਪਹਿਲਾਂ ਉਹ ਥਿਉਰਮ ਲਿਖ ਲਈਏ। ਉਹ ਥਿਉਰਮ ਕੀ ਚੀਜ਼ ਹੈ? ਠੀਕ ਹੈ ਜੀ, ਪ੍ਰਸ਼ਨ ਫਿਰ ਆਪਾਂ ਕਰਦੇ ਹਾਂ। ਉਹ ਥਿਉਰਮ ਮੇਰੇ ਦਿਮਾਗ 'ਚ ਆ ਗਈ ਹੋਣੀ। ਥਿਉਰਮ ਹੈ ਸਾਡੇ ਕੋਲ
कि मान लो साडे कोल एक सम दो भुजी त्रिभुज है, ठीक है जी। मैं समभुजी भी हो सकती है, लेकिन मैं सम दो भुजी की गल करांगा, ठीक है जी। साडे कोल एक सम दो भुजी त्रिभुज है, तो ओहदा थ्योरम की है, सम दो भुजी त्रिभुज, दो भुजी त्रिभुज दियां बराबर भुजावां, दियां बराबर भुजावां दे सन्मुख कोण बराबर हुंदे हन, बराबर हुंदे हन। ये विद्यार्थियों बड़ी बड़ी इंपॉर्टेंट ते अच्छी थ्योरम है, ते मेरे ख्याल इहनूं समझना भी चाहिए आ। इहनूं समझना इदां चाहिए कि एक त्रिभुज ले लैंदे आपां, ठीक है जी। ये त्रिभुज है विद्यार्थियों, ए आ हो गया जी अपने को, बी आ सी। जेकर मैं ये कहां कि आ भुजा इस भुजा के बराबर है, देखो एक ही त्रिभुज की गल कर रहे हैं आपां, दो वक्री वक्री त्रिभुजां की गल नहीं चल रही। एक ही त्रिभुज दे विच आ दो भुजावां आपस दे विच बराबर हन, तां इन्हां इस भुजा दे सन्मुख कोण किहड़ा, कोण बी, ते इस भुजा दे सन्मुख कोण किहड़ा, कोण सी। जेकर वो ये कह रहा कि ए बी बराबर ए सी है, तां जेकर ये जेकर है, जेकर ए बी बराबर ए सी है, तां ओहदा भाव ये होया कि कोण सी बराबर कोण बी देगा। ए बी दे सन्मुख कोण सी ते ए सी दे सन्मुख कोण बी, ये दोवें कोण आपस दे विच की होणगे, बराबर होणगे। ये भी बड़ी अच्छी चीज है। ते इस दे नाल जुड़िया हुआ एक प्रश्न है विद्यार्थियों, जिहड़ा बहुत ही ज्यादा मेरे ख्याल नाल कॉमन हैगा आ। मैं कई टेस्टां दे विचों क्वेश्चन जिहड़ा हैगा वो देखिया है, उस क्वेश्चन नूं इत्थे एक बारी सिद्ध कर लईए, ते पता उस चीज दे बारे हैगा सानू, लेकिन सिद्ध करना कई बारी बच्चों नूं मुश्किल जिहड़ा हैगा वो लगदा है। आओ विद्यार्थियों एक प्रश्न करके देखते हैं इहदे नाल दा। प्रश्न बड़ा अच्छा है। प्रश्न ये है कि सिद्ध करो कि समभुजी, देखो हुण मैं समभुजी कह रहा, सम दो भुजी नहीं कह रहा। सिद्ध करो कि समभुजी त्रिभुज दा हरेक कोण 60 डिग्री दा हुंदा है। आ विद्यार्थियों मैनू ने कहा कि सिद्ध करो कि समभुजी त्रिभुज दा हरेक कोण 60 डिग्री दा हुंदा है, लेकिन समभुजी त्रिभुज दी मैं गल ही नहीं की। मैं इस तो पहले भी किहदी गल कर रहा, सम दो भुजी दी। फिर की है, मैं उदों भी क्या सीगा, सम दो भुजी दी गल होवे। देखो सम दो भुजी एक जनरल चीज है, सम भुजी भी तां ओही कह सकदे आ, ओहदियां दो भुजावां भी तां बराबर ही हुंदियां आपस दे विच। देखो किवें करदे आपां इहनूं, आ एक समभुजी त्रिभुज लैनी मैं, ठीक है जी। इस त्रिभुज दे विच मैं कहता जी आ ए हो गया मेरे कोल, आ बी हो गया ते आ सी हो गया, ते तीनों भुजावां आपस दे विच बराबर हैं। देखो इसदा हल किदां करांगा मैं, ठीक है जी, या सिद्ध किदां करांगा इहनूं मैं। इहदे विच मैं की करांगा, क्योंकि ए बी बराबर बी सी है, ए बी बराबर बी सी है। जेकर ए बी बराबर बी सी है, तो ए बी दे सन्मुख कोण किहड़ा है जी, कोण सी बराबर बी सी दे, आ बी सी है, बी सी दे सन्मुख कोण किहड़ा, कोण ए है, ठीक है जी। जेकर आ चीज होएगा, ठीक है ना, जेकर ए बी बराबर बी सी होएगा, तो कोण सी बराबर कोण ए होएगा। क्यों? क्योंकि ए बी दे सन्मुख कोण सी ते बी सी दे सन्मुख कोण ई आ होएगा। ते इहदा कारण की होएगा विद्यार्थियों, कारण तुसीं आप लिखना। कारण जिहड़ा मैं हुणी थोड़ी देर पहलों तुहानूं एक कराया कि किसी भी सम दो भुजी त्रिभुज दे दो सन्मुख भुजावां दे सामने वाले कोण आपस विच बराबर हुंदे हन। देखो बराबर भुजावां दे सन्मुख कोण बराबर हुंदे हन, ठीक है जी। इहदे विच सम दो भुजी तां मैं इस करके लिया कि समभुजी एक स्पेसिफिक केस हो जाता है, ठीक है जी। कि लेकिन सम दो भुजी जिहड़ा हैगा एक पर्टिकुलर केस है, ओहदे विच दो तीन भी बराबर कर सकदे, दो भी बराबर रह सकदे आ। तो इहदे विच मैं आ दो भुजावां बराबर करतीआं ते दो कोण बराबर हो गए। हुण मैं की करांगा, होर अपने कोल की है, क्योंकि BC बराबर है AC दे, देखो आ BC AC दे बराबर कर ले, तां इस तो भाव की हुंदा, BC दे सन्मुख कोण किहड़ा सी, कोण A बराबर किहदे है, AC दे सन्मुख कोण किहड़ा है जी, कोण B। ਇਹਦਾ मतलब ਇਹਨੂੰ नंबर 2 ले लिया, ਇਹਨੂੰ नंबर 1 ले लिया, ठीक है जी। कारण ਇਹਦਾ भी लिखना है जी विद्यार्थियों, कारण ਇਹਦਾ भी की लिखना हैगा कि सन्मुख भुजावां दे बराबर भुजावां दे सन्मुख कोण आपस दे विच बराबर हुंदे हन, ठीक है। ये भी हो गया। हुण ਅਸੀਂ ਕੀ ਕਰਾਂਗੇ ਦਾ ਕੰਕਲੂਜਨ ਕੱਢਾਂਗੇ 1 ਅਤੇ 2 ਤੋਂ, 1 ਅਤੇ 2 ਤੋਂ। ਆ 1 ਤੇ 2 ਹੋ ਗਏ ਜੀ, 1 ਤੇ 2 ਤੋਂ ਕੋਣ C ਬਰਾबर ਕੋਣ A, ਕੋਣ A ਬਰਾबर ਕੋਣ B। ਇਹਦਾ ਭਾਵ ਇਹ ਹੋ ਗਿਆ ਕੋਣ A बराबर कोण B बराबर कोण C। आही चीज निकली ना, ये तो कोण A कोण C दे बराबर है, कोण A कोण B दे बराबर है, तीनों आपस में बराबर है, ठीक है जी। पर की है जी, कोण A जमा इनू बराबर x भी ले लेने, x डिग्री मान लो
ਮੈਨੂੰ ਨਹੀਂ ਪਤਾ ਕਿੰਨੀ ਡਿਗਰੀ ਦਾ ਠੀਕ ਹੈ ਜੀ ਇਹ ਤਾਂ ਮੈਂ ਪਤਾ ਸਿੱਧ ਕਰਨਾ ਕਿ 60 ਡਿਗਰੀ ਦਾ ਮੈਂ ਕਿਹਾ ਕੋਣ A ਕੋਣ B ਦੇ ਬਰਾਬਰ ਹੈ ਕੋਣ B ਕੋਣ C ਦੇ ਬਰਾਬਰ ਹੈ ਤੇ ਉਹਦਾ ਮਾਪ x ਦੇ ਬਰਾਬਰ ਐਵੇਂ ਮੰਨ ਲਿਆ ਮੈਂ ਠੀਕ ਹੈ ਜੀ ਕੋਈ ਪਾਰਟਿਕੂਲਰ ਕੇਸ ਨਹੀਂ ਹੈ ਹੁਣ ਮੈਂ ਕੀ ਕੀਤਾ ਕੋਣ A ਜਮਾ ਕੋਣ B ਜਮਾ ਕੋਣ C ਬਰਾਬਰ 180 ਡਿਗਰੀ ਹੁੰਦਾ ਹੈ ਇਸ ਤੋਂ ਭਾਵ ਹੈ ਵਿਦਿਆਰਥੀਓ x ਡਿਗਰੀ ਜਮਾ x ਡਿਗਰੀ ਜਮਾ x ਡਿਗਰੀ ਬਰਾਬਰ 180 ਡਿਗਰੀ ਠੀਕ ਹੈ ਜੀ ਆ ਹੋ ਗਿਆ ਵਿਦਿਆਰਥੀਓ ਇਹ ਸਾਡੇ ਕੋਲ ਆ ਗਿਆ ਵਿਦਿਆਰਥੀਓ 3x ਡਿਗਰੀ ਬਰਾबर 180 ਤੇ x ਬਰਾबर ਆ ਗਿਆ ਵਿਦਿਆਰਥੀਓ 180 ਡਿਗਰੀ ਬਟਾ 3 ਠੀਕ ਹੈ ਜੀ 6 ਤੇ 18 x ਬਰਾबर ਕਿੰਨਾ ਆ ਗਿਆ ਆਪਣੇ ਕੋਲ 60 ਡਿਗਰੀ ਠੀਕ ਹੈ ਜੀ ਹੁਣ x ਕਿਹਦੇ ਬਰਾबर ਹੈ ਕੋਣ A ਕੋਣ B ਕੋਣ C ਤਿੰਨਾਂ ਦੇ ਬਰਾबर ਹੈ ਤਾਂ ਇਸ ਤੋਂ ਭਾਵ ਕੀ ਹੋਇਆ ਕਿ ਸਮਭੁਜੀ ਤ੍ਰਿਭੁਜ ਦਾ ਹਰੇਕ ਕੋਣ 60 ਡਿਗਰੀ ਦਾ ਹੁੰਦਾ ਹੈ ਸੋ ਮੈਂ ਉਮੀਦ ਕਰਦਾ ਵਿਦਿਆਰਥੀਓ ਤੁਸੀਂ ਇਸ ਪ੍ਰਸ਼ਨ ਦੇ ਨਾਲ ਜਿਹੜਾ ਹੈਗਾ ਇਸ ਪੂਰੀ ਚੀਜ਼ ਨੂੰ ਵੀ ਸਮਝਿਆ ਹੋਵੇਗਾ ਠੀਕ ਹੈ ਵਿਦਿਆਰਥੀਓ ਚਲੋ ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਅਗਲੇ ਕਨਸੈਪਟ ਦੇ ਵੱਲ ਅਗਲਾ ਕਨਸੈਪਟ ਜਿਹੜਾ ਹੈ ਵਿਦਿਆਰਥੀਓ ਉਹ ਸਾਡੇ ਕੋਲ ਦੋ ਨਿਯਮ ਹੋਰ ਹਨ ਸਾਡੇ ਕੋਲ ਠੀਕ ਹੈ ਜੀ ਉਹਨਾਂ ਦੋ ਨਿਯਮਾਂ ਦੇ ਨਾਲ ਅਸੀਂ ਇਸ ਚੈਪਟਰ ਨੂੰ ਜਿਹੜਾ ਹੈ ਵਾਈਂਡ ਅਪ ਕਰਾਂਗੇ ਉਹ ਦੋ ਨਿਯਮ ਕਿਹੜੇ ਹਨ ਵਿਦਿਆਰਥੀਓ ਇੱਕ ਹੈ ਸਾਡੇ ਕੋਲ RHS RHS ਦਾ ਮਤਲਬ ਹੁੰਦਾ ਹੈ ਸਮਕੋਣ ਕर्ण ਤੇ ਇੱਕ ਭੁਜਾ ਜੇਕਰ ਦੋ ਸਮਕੋਣੀ ਤ੍ਰਿਕੋਣਾ ਹੋਣ ਸਾਡੇ ਕੋਲ ਤੇ ਉਹਨਾਂ ਦੇ ਵਿੱਚ ਕर्ण ਤੇ ਕੋਈ ਇੱਕ ਭੁਜਾ ਜਿਹੜੀ ਬਰਾਬਰ ਹੋ ਜਾਵੇ ਤਾਂ ਫਿਰ ਵੀ ਜਿਹੜੀਆਂ ਉਹ ਦੋ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਹੋ ਸਕਦੀਆਂ ਹਨ ਸਰਬੰਸਮ ਹੋ ਸਕਦੀਆਂ ਹਨ ਇਹ ਵੀ ਇੱਕ ਨਿਯਮ ਜਿਹੜਾ ਹੈ ਅਸੀਂ ਕੀਤਾ ਸੀਗਾ ਸਰਬੰਸਮਤਾ ਦਾ ਲੇਕਿਨ ਇਹ ਨਿਯਮ ਰਿਸਟ੍ਰਿਕਟ ਹੈ ਇਹ ਕਿਹਦੇ ਉੱਤੇ ਲੱਗਦਾ ਹੈ ਇਹ ਕੇਵਲ ਸਮਕੋਣੀ ਤ੍ਰਿਕੋਣਾਂ ਦੇ ਉੱਤੇ ਲੱਗਦਾ ਹੈ ਠੀਕ ਹੈ ਜੀ ਵਿਦਿਆਰਥੀਓ ਚਲੋ ਵਿਦਿਆਰਥੀਓ ਇੱਕ ਹੁਣ ਆਪਾਂ ਚੀਜ਼ ਹੋਰ ਕਰ ਲਈਏ ਕਿ ਜਿਹੜੀ ਆਪਾਂ ਇੱਕ ਥਿਊਰਮ ਹੈ ਆਪਣੇ ਕੋਲ ਇੱਥੇ ਆਪਾਂ ਕਰ ਦਿੰਦੇ ਹਾਂ ਉਹਨੂੰ ਜਿਹੜੀ ਉਹ ਥਿਊਰਮ ਹੈ ਉਹ ਸਾਨੂੰ ਕੀ ਕਹਿੰਦੀ ਹੈ ਕਿ ਜੇਕਰ ਇਹ ਤ੍ਰਿਭੁਜ ਦੀ ਅਸਮਾਨਤਾਵਾਂ ਦੀ ਗੱਲ ਹੈ ਕਿ ਦੋ ਤ੍ਰਿਭੁਜਾਂ ਜਿਹੜੀਆਂ ਹਨ ਉਹਨਾਂ ਦੀਆਂ ਭੁਜਾਵਾਂ ਬਰਾਬਰ ਨਹੀਂ ਆ ਮਤਲਬ ਮੈਂ ਨਹੀਂ ਕਹਿੰਦਾ ਕਿ ਉਹਨਾਂ ਦੀਆਂ ਭੁਜਾਵਾਂ ਬਰਾਬਰ ਹੈਗੀਆਂ ਕਿ ਨਹੀਂ ਹੈਗੀਆਂ ਲੇਕਿਨ ਮੈਂ ਇੱਥੇ ਇਹ ਮੰਨ ਕੇ ਚੱਲਦਾ ਕਿ ਦੋ ਵਿਖਮਭੁਜੀ ਤ੍ਰਿਭੁਜਾਂ ਹਨ ਠੀਕ ਹੈ ਜੀ ਉਹਨਾਂ ਦੇ ਵਿੱਚ ਉਹਨਾਂ ਤ੍ਰਿਭੁਜਾਂ ਦੀਆਂ ਭੁਜਾਵਾਂ ਦਾ ਉਹਨਾਂ ਦੇ ਕੋਣਾਂ ਦੇ ਨਾਲ ਜਿਹੜਾ ਸੰਬੰਧ ਹੈ ਉਸ ਨੂੰ ਆਪਾਂ ਥਿਊਰਮ ਦੇ ਰੂਪ ਦੇ ਵਿੱਚ ਇੱਥੇ ਲਿਖਦੇ ਹਾਂ ਜੇਕਰ ਕਿਸੇ ਤ੍ਰਿਭੁਜ ਤ੍ਰਿਭੁਜ ਠੀਕ ਹੈ ਜੀ ਜੇਕਰ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਬਰਾਬਰ ਨਾ ਹੋਣ ਤਾਂ ਲੰਬੀ ਭੁਜਾ ਦੇ ਸਨਮੁਖ ਕੋਣ ਵੱਡਾ ਹੋਵੇਗਾ ਇਹ ਬੜੀ ਇੰਪੋਰਟੈਂਟ ਚੀਜ਼ ਹੈ ਇੱਕ ਪੂਰੀ ਐਕਸਰਸਾਈਜ਼ ਹੈ ਆਪਣੀ ਇਸ ਦੇ ਉੱਤੇ ਲੇਕਿਨ ਇਹਦਾ ਇਕੱਲਾ ਇੰਨੀ ਹੀ ਚੀਜ਼ ਨੂੰ ਸਮਝਣਾ ਜਿਹੜਾ ਹੈਗਾ ਉਹ ਮੇਰੇ ਖਿਆਲ ਨਾਲ ਸਫੀਸ਼ੀਐਂਟ ਹੋਵੇਗਾ ਕਿ ਜੇਕਰ ਤੁਹਾਡੇ ਕੋਲ ਦੋ ਤ੍ਰਿਭੁਜਾਂ ਹਨ ਇੱਕ ਤ੍ਰਿਭੁਜ ਹੈ ਉਸ ਦੇ ਵਿੱਚ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਬਰਾਬਰ ਨਹੀਂ ਹੈ ਉਹਦੀਆਂ ਦੋ ਭੁਜਾਵਾਂ ਬਰਾਬਰ ਨਹੀਂ ਲਈਆਂ ਮੈਂ ਕਹਿੰਦਾ ਇੱਕ 4 ਹੈ ਇੱਕ 5 ਹੈ ਠੀਕ ਹੈ ਜੀ ਇੱਥੇ ਆਪਾਂ ਮੰਨ ਲੈਂਦੇ ਆ ਇੱਕ ਆ ਇੱਕ ਆ ਤੇ ਇੱਕ ਆ ਠੀਕ ਹੈ ਜੀ ਇਹ ਮੰਨ ਲੈਂਦੇ ਆਪਾਂ 4 ਸੈਂਟੀਮੀਟਰ ਹੈ ਜੀ ਇਹ ਜਿਹੜਾ ਹੈਗਾ ਆਪਣੇ ਕੋਲ 7 ਸੈਂਟੀਮੀਟਰ ਹੈ ਜੀ ਇਹ 8 ਸੈਂਟੀਮੀਟਰ ਹੈ ਜੀ ਉਹਨੇ ਕਿਹਾ ਮੰਨ ਲਓ ਆ ਦੋ ਭੁਜਾਵਾਂ ਦੀ ਗੱਲ ਕਰ ਰਹੇ ਇਹ ਦੋ ਭੁਜਾਵਾਂ ਬਰਾਬਰ ਨਹੀਂ ਹਨ ਤਾਂ ਲੰਬੀ ਭੁਜਾ ਦੇ ਸਨਮੁਖ ਕੋਣ ਵੱਡਾ ਹੁੰਦਾ ਹੈ ਲੰਬੀ ਭੁਜਾ ਕਿਹੜੀ ਹੈ ਜੀ 8 ਇਹਦਾ ਮਤਲਬ 8 ਦੇ ਸਨਮੁਖ ਕੋਣ ਜਿਹੜਾ ਹੈਗਾ ਮੰਨ ਲਓ ਇਹ ਕੋਣ A ਆ ਕੋਣ B ਕੋਣ C ਤਾਂ ਪਹਿਲੇ ਨੰਬਰ ਤੇ ਸਭ ਤੋਂ ਵੱਡਾ ਕੋਣ ਕਿਹੜਾ ਹੈਗਾ ਕੋਣ A ਹੋਏਗਾ ਕਿਉਂਕਿ ਲੰਬੀ ਭੁਜਾ ਦਾ ਸਨਮੁਖ ਕੋਣ ਹੈ ਦੂਸਰੇ ਨੰਬਰ ਤੇ ਕਿਹੜਾ ਕੋਣ ਹੋਏਗਾ ਕੋਣ B ਹੋਏਗਾ ਦੂਸਰੇ ਨੰਬਰ ਤੇ ਕਿਉਂਕਿ ਦੂਜੇ ਨੰਬਰ ਵਾਲੀ ਭੁਜਾ ਕਿਹੜੀ ਹੈ AC ਹੈ 7 ਸੈਂਟੀਮੀਟਰ ਸੀ ਉਹਦਾ ਤੇ ਸਭ ਤੋਂ ਛੋਟਾ ਕੋਣ ਹੋਏਗਾ ਸਭ ਤੋਂ ਛੋਟੀ ਭੁਜਾ ਦੇ ਸਨਮੁਖ ਕੋਣ ਜਿਹੜਾ ਹੈਗਾ ਉਹ ਸਭ ਤੋਂ ਛੋਟਾ ਹੋਵੇਗਾ ਸੋ ਵਿਦਿਆਰਥੀਓ ਇਹ ਸੀ ਸਾਡੇ ਕੋਲ ਜਿਹੜਾ ਤ੍ਰਿਭੁਜਾਂ ਵਾਲੇ ਚੈਪਟਰ ਦੀ ਇੱਕ ਬਰੀਫ ਇੰਟਰੋਡਕਸ਼ਨ ਅਸੀਂ ਲਈ ਇਹਦੇ ਵਿੱਚ ਅਸੀਂ ਨਿਯਮ ਜਿਹੜੇ ਸੀਗੇ ਉਹ ਵੀ ਰਿਵਾਈਜ਼ ਕੀਤੇ ਨੇ ਕੁਝ ਸਵਾਲ ਜਿਹੜੇ ਹੈਗੇ ਨੇ ਉਹ ਵੀ ਕੱਢ ਕੇ ਦੇਖੇ ਹਨ ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਪੂਰੇ ਚੈਪਟਰ ਨੂੰ ਅੱਛੀ ਤਰ੍ਹਾਂ ਰਿਵਾਈਜ਼ ਕੀਤਾ ਹੋਵੇਗਾ ਤੇ ਫਿਰ ਵੀ ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਆਪਣੇ ਅਧਿਆਪਕ ਸਾਹਿਬਾਨ ਦੇ ਨਾਲ ਜਿਹੜਾ ਹੈ ਉਹ ਗੱਲਬਾਤ ਕਰਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਰ ਸਕਦੇ ਹੋ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਲੈਕਚਰ ਸਮਝ ਲੱਗਿਆ ਹੋਵੇਗਾ ਧੰਨਵਾਦ